अस्सलाम वालेकुम, मैं वां साकब मुश्ताक। तुसी वेख रहे हो साकब की दुनिया A232। ਇਹ ਜਿਹੜੀ ਤੁਹਾਨੂੰ ਜਗ੍ਹਾ ਨਜ਼ਰ ਆ ਰਹੀ ਹੈ ਇਹ ਕਾफ़ੀ ਦੇਰ ਤੋਂ ਲੋਕ ਇਸਤੇਮਾਲ ਕਰ ਰਹੇ ਸੀ, ਜਿੱਥੇ ਕਿ ਕੂੜਾ ਕਰਕਟ ਔਰ ਬਾਲਣ ਵਗੈਰਾ ਰੱਖਦੇ ਸੀ। ਲੇਕਿਨ ਗੌਰਮੈਂਟ ਦੀ ਤਰਫੋਂ ਐਲਾਨ ਹੋ ਗਿਆ ਕਿ ਇਹ ਜਗ੍ਹਾ ਖਾਲੀ ਕਰ ਦੇਣ, ਕਿਉਂਕਿ ਇਹ ਸਕੂਲਾਂ ਦੀ ਜਗ੍ਹਾ ਹੈ। ਖਾਲੀ ਸ਼ਾਇਦ ਇਸ ਵਾਸਤੇ ਗੌਰਮੈਂਟ ਕਰਵਾ ਰਹੀ ਹੈ ਕਿ ਸਕੂਲ ਦੀ ਜਗ੍ਹਾ ਹੈ, ਇਹਦੀ ਚਾਰ ਦੀਵਾਰੀ ਬਣੇਗੀ। ਪਹਿਲੇ ਮਿਡਲ ਸਕੂਲ ਹੈ, ਹੋ ਸਕਦਾ ਹੈ ਕਿ ਇਹ ਹਾਈ ਸਕੂਲ ਬਣ ਜਾਏ। ਲੜਕੀਆਂ ਦਾ ਸਕੂਲ ਵੀ ਮਿਡਲ ਹੈ ਔਰ ਲੜਕਿਆਂ ਦਾ ਸਕੂਲ ਵੀ ਮਿਡਲ ਹੈ। ਇਹ ਅਸੀਂ ਚੱਕ ਨੰਬਰ 110 ਫਤਿਹ ਤਹਿਸੀਲ ਚਿਸ਼ਤੀਆਂ ਜ਼ਿਲ੍ਹਾ ਬਾਵਲ ਨਗਰ ਦੀ ਗੱਲ ਕਰ ਰਹੇ ਹਾਂ। ਇਹ ਭਾਈ ਹੁਣੀ ਖੜੇ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਔਰ ਇਹਨਾਂ ਨੂੰ ਇਸ ਦੇ ਮੁਤਲਕ ਪੁੱਛਦੇ ਹਾਂ। अस्सलाम वालेकुम भाई। वालेकुम अस्सलाम। ਕੀ ਹਾਲ ਆ ਭਾਈ? अल्लाह का शुक्र। ਕਿਹੜੀ ਜਗ੍ਹਾ ਜੇ, ਕਿਹੜੇ ਚੱਕ ਦੇ ਜੇ? ਅਸੀਂ 110 ਫਤਿਹ ਦੇ ਹਾਂ ਜੀ, ਤਹਿਸੀਲ ਚਿਸ਼ਤੀਆਂ ਜ਼ਿਲ੍ਹਾ ਬਾਵਲ ਨਗਰ। ਅੱਛਾ ਰਾਤ ਇੱਕ ਐਲਾਨ ਹੋਇਆ ਸੀ ਵੀ ਕਿ ਚੱਕ ਨੰਬਰ 110 ਫਤਿਹ ਤੇ ਉਹਨਾਂ ਨੇ ਇਹ ਜਿਹੜੀ ਜਗ੍ਹਾ ਤੇ ਬਾਲਣ ਤੇ ਆਪਣਾ ਮਾਲ ਰੱਖਿਆ, ਇਹ ਆਪਣਾ ਬਾਲਣ ਵੀ ਚੁੱਕ ਲੈਣ ਤੇ ਮਾਲ ਵੀ ਇੱਥੋਂ ਖੋਲ ਲੈਣ। ਇਹ ਕਿਸ ਵਜ੍ਹਾ ਤੋਂ ਐਲਾਨ ਹੋਇਆ? ਇਹ ਜੀ ਬੱਚਿਆਂ ਵਾਲੇ ਸਕੂਲ ਦੀ ਕੋਈ ਦੀਵਾਰ ਵਗੈਰਾ ਕਰਨ ਵਾਸਤੇ ਹੈ ਕਿ ਸਕੂਲ ਹਾਈ ਸਕੂਲ ਹੋ ਰਿਹਾ। ਅੱਛਾ, ਅਗਰ ਹਾਈ ਸਕੂਲ ਹੋ ਜਾਵੇ ਤਾਂ ਬਹੁਤ ਅੱਛਾ ਹੈ। ਮਾਸ਼ਾਅੱਲਾ, ਇਹ ਤਾਂ ਬਹੁਤ ਬਿਹਤਰ ਹੈ ਜੀ। ਪਿੰਡ ਵਾਲਿਆਂ ਨੂੰ ਬੜੀ ਵੱਡੀ ਸਹੂਲਤ ਮਿਲ ਜਾਏਗੀ। ਪਿੰਡ ਵਾਲਿਆਂ ਨੂੰ ਵੀ ਨਾਲ ਦੇ ਚੱਕਾਂ ਵਾਲਿਆਂ ਨੂੰ ਵੀ ਸਹੂਲਤ ਹੈ। ਬਿਲਕੁਲ ਜੀ। ਇਹ ਜਿਹੜੀ ਸਾਰੀ ਜਗ੍ਹਾ ਹੈ ਇਹ ਗੌਰਮੈਂਟ ਦੀ ਹੈ? ਇਹ ਸਕੂਲ ਦੀ ਜਗ੍ਹਾ ਹੈ। ਕਿੰਨੇ ਕਿੱਲੇ ਤਕਰੀਬਨ ਇੱਥੇ? ਕਿੱਲਿਆਂ ਦਾ ਤਾਂ ਪਤਾ ਨਹੀਂ, ਤਕਰੀਬਨ ਕੋਈ 3-4 ਕਿੱਲੇ ਹੈਗੇ ਨੇ। ਅੱਛਾ ਯਾਰ, ਮੈਂ ਵੇਖ ਰਿਹਾ ਹਰ ਪਾਸੇ ਨਾ ਲੋਕਾਂ ਨੇ ਕਿਸੇ ਆਪਣਾ ਡੰਗਰ ਬੱਧੇ ਨੇ, ਮਾਲ ਪਸ਼ੂ ਤੇ ਨਾਲ ਆਪਣਾ ਰੂੜੀਆਂ ਛੂੜੀਆਂ ਵੀ ਲਾਈਆਂ ਨੇ ਤੇ ਇਹ ਹੁਣ ਸਾਰੇ ਉਹਨਾਂ ਨੂੰ ਚੁੱਕਣੇ ਪੈਣਗੇ। ਤੇ ਕੋਈ ਮਸਲਾ ਨਹੀਂ ਭਾਈ ਜਾਨ, ਇੱਥੋਂ ਜਿਹੜੀਆਂ ਬੱਚੀਆਂ ਬਾਹਰ ਪੜਨ ਵਾਸਤੇ ਜਾਂਦੀਆਂ ਨੇ ਉਹਨਾਂ ਦੇ ਕਿੰਨੇ ਖਰਚੇ ਆਉਂਦੇ ਨੇ। ਬਿਲਕੁਲ ਸਹੀ ਗੱਲ ਹੈ ਜੀ। ਦਾ ਚੁੱਲ੍ਹਾ ਨਹੀਂ ਬਲਦਾ, ਉਹ ਬੱਚੀ ਦਾ ਕਿਰਾਇਆ ਫੀਸ ਸਾਰਾ ਰੁਪਇਆ ਭਰਦਾ ਹੈ। ਅਗਰ ਇੱਥੇ ਉਹਨੂੰ ਸਹੂਲਤ ਮਿਲੇ ਤੇ ਕਾਹਦੇ ਵਾਸਤੇ ਇੰਨਾ ਖਰਚਾ ਕਰੇ? ਸਹੀ ਗੱਲ ਹੈ। ਬਗੈਰ ਸਰ ਜਾਏਗਾ, ਬੱਚਿਆਂ ਦੀ ਤਾਲੀਮ ਬਗੈਰ ਨਹੀਂ ਸਰਦਾ। ਬਿਲਕੁਲ ਜੀ। ਗੁਜ਼ਾਰਾ ਨਹੀਂ ਵੀ ਸਾਡੀਆਂ ਬੱਚੀਆਂ ਪਹਿਲੇ ਦੂਸਰੇ ਚੱਕਾਂ ਜਾਂਦੀਆਂ ਜਾਂ ਸ਼ਹਿਰ ਜਾਂਦੀਆਂ? 35 ਫਤਿਹ ਚ ਜਾਂਦੀਆਂ। ਸਾਡੇ ਮਾਸ਼ਾਅੱਲਾ ਇੱਥੋਂ ਦੇ ਲੋਕ ਏਡੇ ਚੰਗੇ ਆ, ਕੋਈ ਸਕੂਲ ਹਾਈ ਨਹੀਂ ਕਰਾ ਸਕਿਆ ਅੱਜ ਦੇ ਦਿਨਾਂ ਤੱਕ। ਬਸ ਹਰ ਚਦਰਾ ਉੱਠਦੀ ਹੈ ਜੀ, ਆਪਣੇ ਢਿੱਡ ਨੂੰ ਹੁੰਦੀ ਹੈ, ਇਸ ਪਾਸੇ ਕੋਈ ਨਹੀਂ ਹੁੰਦੀ। ਹੁਣ ਹੋ ਗਿਆ ਜਾਂ ਨਹੀਂ? ਹੋ ਗਿਆ ਜੀ, ਅੱਲਾ ਕਰੇ। ਅੱਛਾ, ਚਲੋ ਅੱਲਾ ਪਾਕ ਕਾਮਯਾਬ ਕਰੇ ਜੀ। ਅੱਛਾ, ਕੀ ਨਾਮ ਆਪਣਾ ਦੱਸਿਆ ਸੀ ਜੀ? ਸ਼ਬਾਜ਼ ਭਾਈ। ਇਹ ਕਿੰਨੇ ਦਿਨਾਂ ਦਾ ਟਾਈਮ ਦਿੱਤਾ ਵੀ ਆ ਜਿਹੜੇ ਉਹਨਾਂ ਨੇ 2-4 ਦਿਨਾਂ ਦਾ ਐਲਾਨ ਕੀਤਾ ਵੀ 2-4 ਦਿਨਾਂ ਦੇ ਅੰਦਰ ਆਪਣੀਆਂ ਰੂੜੀਆਂ ਬਾਲਣ ਮਾਲ ਡੰਗਰ ਇੱਥੋਂ ਖੋਲ ਲਓ। ਇਹ ਮੈਂ ਨਾ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਸਾਰੇ ਲੋਕ, ਬੜੇ ਅਰਸੇ ਤੋਂ ਜੀ। ਅਸੀਂ ਤੇ ਜੋ ਸਕੂਲ ਤੋਂ ਸੰਭਾਲੀ ਆ ਇਹੋ ਕੁਛ ਹੀ ਵੇਖਦੇ ਆ। ਅੱਛਾ, ਇਹ ਸਕੂਲ 8ਵੀਂ ਤੋਂ ਗਾਂ ਨਹੀਂ ਹੋਇਆ, ਹੁਣ ਦੇਖੋ ਜੀ ਹੁੰਦਾ ਕਿ ਨਹੀਂ। ਅੱਛਾ, ਮਾਸ਼ਾਅੱਲਾ ਜੀ। ਇੱਧਰ ਇੱਕ ਹੋਰ ਭਾਈ ਨੇ ਸਾਡੇ ਜਿਹੜੇ ਬੱਕਰੀਆਂ ਵੀ ਚਰਾ ਰਹੇ ਨੇ, ਮਾਸ਼ਾਅੱਲਾ ਬਜ਼ੁਰਗ ਨੇ, ਤੇ ਇਹਨਾਂ ਨਾਲ ਵੀ ਗੱਲ ਕਰਦੇ ਆ। अस्सलाम वालेकुम भाईजान। वालेकुम अस्सलाम जी। की नाम है जी अपना? सखी सरवर। सखी भाई, की हाल चाल जे? अल्हम्दुलिल्लाह ठीक है। सेहत तबीयत ठीक जे? माशाअल्लाह। अपनी कितनी एज हो गई है जी? 50 साल। 50 ਸਾਲਾਂ ਤੋਂ ਇਹ ਜਗ੍ਹਾ ਜਿਹੜੀ ਇਹ ਪਿੰਡ ਵਾਲੇ ਇਸਤੇਮਾਲ ਕਰ ਰਹੇ ਆ? हाँ जी, बस जी कोई डंगर बंदा, कोई बकरियां बंदा, कोई माल बंदा। सहूलत है पिंड वालियां नूं? पिंड वालों तो बड़ी सहूलत है जी। लेकिन हुण रात दा गवर्नमेंट ने ऐलान करता भी ये जगह खाली कर दो। तुसीं इहदे बारे की कहना चाहुंदे हो? नहीं, सही कीता। स्कूल बन जाए, साडे पिंड दीयां बच्चियां स्कूले तलीम हासिल करन, साडे पिंड दे विच तलीम हासिल करन। ये ते बड़ी फायदे वाली गल है। बाहर रक्शे ते बच्चियां जांदियां, पैदल ते जांदियां, दौर नहीं हैगा खलाउण दा। बिल्कुल जी बिल्कुल। तुसीं दौर जिहड़ा खतरनाक, सही कह रहे हो, नाल जाण दा दौर नहीं हैगा बिल्कुल। अच्छा एक और गल जे, ਇਹ ਵੇਖੋ ਨਾ ਕਿੰਨਾ ਇੱਥੇ ਗੰਦ ਪਿਆ ਹੋਇਆ। ਹਾਂਜੀ, ਇਹਦਾ ਵੀ ਨੁਕਸਾਨ ਸੀ ਪਿੰਡ ਵਾਲਿਆਂ ਨੂੰ? ਨਹੀਂ, ਇਹਦਾ ਨੁਕਸਾਨ ਨਹੀਂ ਸੀ, ਇਹਦਾ ਫਾਇਦਾ ਹੀ ਸੀਗਾ, ਕਿਉਂਕਿ ਕੋਈ ਬਾਲਣ ਰੱਖਦਾ ਸੀ, ਕੋਈ ਡੰਗਰ ਬੰਨਦਾ। ਨਹੀਂ ਉਹ ਚਲੋ ਬਾਲਣ ਤੇ ਹੈ। ਇਹ ਵੇਖੋ ਇੱਧਰ ਹੈ ਸਾਰੇ ਢੇਰ ਪਏ ਹੋਏ, ਜਿਨ੍ਹਾਂ ਨੂੰ ਤੁਸੀਂ ਆਮ ਜ਼ੁਬਾਨ 'ਚ ਰੂੜੀਆਂ ਕਹਿੰਦੇ ਹੋ। ਹਾਂਜੀ, ਇਹ ਤਾਂ ਫਿਰ ਨੁਕਸਾਨ ਹੀ ਸੀਗਾ ਨਾ, ਆਲੂਦਗੀ ਫੈਲਾਉਂਦੇ ਆ, ਗੰਦਗੀ ਫੈਲਾਉਂਦੇ ਆ, ਸਿਹਤ ਵਾਸਤੇ ਨੁਕਸਾਨ। ਲਾਗੇ ਘਰਦਿਆਂ ਨੂੰ ਤੇ ਜ਼ਿਆਦਾ ਪਰੇਸ਼ਾਨੀ ਬਣਦੀ ਹੋਈ ਹੈ। ਮੁਤਾਸਰ ਹੁੰਦੇ ਸੀ ਜਿਹੜੇ ਲੋਕ ਲਾਗੇ ਸੀਗੇ ਘਰਾਂ ਵਾਲੇ। ਅੱਛਾ, ਕੂੜੇ ਕਰਕਟ ਦੀ ਵਜ੍ਹਾ ਤੋਂ ਪਰੇਸ਼ਾਨ। ਅੱਛਾ ਬਾਬਾ ਜੀ, ਤੁਹਾਨੂੰ ਵੀ ਕੋਈ ਇਹਦਾ ਨੁਕਸਾਨ ਹੋਇਆ ਇਸ ਜਗ੍ਹਾ ਬਣਨ 'ਚ ਕਿ ਫਾਇਦਾ ਹੋਇਆ? ਫਾਇਦਾ ਹੋਇਆ ਜੀ, ਪਿੰਡ ਦਾ ਫਾਇਦਾ ਹੋਇਆ, ਹਰ ਬੰਦੇ ਦਾ ਫਾਇਦਾ ਹੋਇਆ। ਹਰ ਬੰਦੇ ਦੀਆਂ ਬੱਚੀਆਂ ਇੱਥੇ ਪੜਨਗੀਆਂ, ਮਾਸ਼ਾਅੱਲਾ, ਪਾਸਿਓਂ ਆਣ ਕੇ ਪੜਨਗੀਆਂ। ਅਲਹਮਦੁਲਿਲਾ, ਬੜਾ ਚੰਗਾ ਹੋਇਆ। ਤੁਹਾਡਾ ਤੇ ਇੱਕ ਮਾਲ ਸੀ, ਤੁਸੀਂ ਖੋਲ ਕੇ ਘਰ ਕਰ ਲਓਗੇ? ਪਾਸੇ ਕਰ ਲਾਂਗੇ, ਕੋਈ ਗੱਲ ਨਹੀਂ। ਗਵਰਨਮੈਂਟ ਦੀ ਜਗ੍ਹਾ ਬਹੁਤ ਪਈ ਹੈ। ਅੱਛਾ ਬਾਬਾ ਜੀ, ਆਪਣੇ ਕੀ ਚੀਜ਼ ਰੱਖੀ ਤੁਸੀਂ? ਮੈਂ ਬੱਕਰੀਆਂ ਰੱਖੀਆਂ ਜੀ। ਅੱਛਾ, ਮਾਸ਼ਾਅੱਲਾ ਜੀ। ਇਹ ਇਹਨਾਂ ਦੀਆਂ ਬੱਕਰੀਆਂ ਜੀ, ਕਿੰਨੀਆਂ ਬੱਕਰੀਆਂ ਨੇ ਜੀ? ਮੇਰੇ ਕੋਲ ਹੈ ਜੀ 9 ਬੱਕਰੀਆਂ। ਅੱਛਾ, ਕਿੰਨੀ ਦੇਰ ਤੋਂ ਰੱਖੀਆਂ ਹੋਈਆਂ ਜੇ? 5-4 ਸਾਲ ਤੋਂ। ਸਾਨੂੰ ਬੱਕਰੀਆਂ ਦੇ ਵੀ ਫਾਇਦੇ ਦੱਸ ਦਿਓ ਅੱਜ, ਤੇ ਵੇਖਣ ਵਾਲੇ ਭਾਈਆਂ ਨੂੰ ਵੀ ਦੱਸ ਦਿਓ। ਬੱਕਰੀਆਂ ਦੇ ਬਹੁਤ ਫਾਇਦੇ ਆ। ਜਿਹੜੇ ਪੜ੍ਹੇ ਲਿਖੇ ਮੁੰਡੇ ਨੇ ਉਹ ਅੱਜ ਕੱਲ੍ਹ ਬੱਕਰੀਆਂ ਲੈਣ। ਅੱਛਾ, ਤੇ ਬੱਕਰੀਆਂ ਚਾਰਨ ਤੇ ਬੱਕਰੀਆਂ ਵੇਚਣ।
ਅੱਛਾ। ਆਪਣੀ ਰੋਜ਼ੀ ਰੋਟੀ ਕਮਾਉਣ, ਬੱਕਰੀਆਂ ਦੇ ਬੜੇ ਫਾਇਦੇ ਮਾਸ਼ਾਅੱਲਾ ਨੇ। ਜੀ। ਉਹਦਾ ਬੰਦਾ ਚਾਰਨਾ ਜਵਾਨ ਮੁੰਡੇ ਜਿਹੜੇ ਲਿਖ ਪੜ ਕੇ ਕੋਈ ਕੰਮ ਨਹੀਂ ਕਰਦੇ, ਹੋਟਲਾਂ ਤੇ ਬਹਿੰਦੇ, ਮੋਬਾਈਲ ਵੇਖਦੇ ਆ, ਅੱਛਾ ਉਹ ਇਹ ਵੇਖਣ ਦੀ ਬਜਾਏ ਨਾਲ ਬੱਕਰੀਆਂ ਵੀ ਚਾਰਨ ਸਹੀ ਤੇ ਗੱਲ ਆਪਦੀ ਹੈ। ਰੋਜ਼ੀ ਰੋਟੀ ਤੇ ਆਪਣੇ ਮਾਂ-ਬਾਪ ਨੂੰ ਵੀ ਫਾਇਦਾ ਦੇਣ। ਵੇਲੇ ਦੇ ਵੇਲੇ ਵਿਹਲੇ ਦੇ ਵਿਹਲੇ ਆਪਣਾ ਵੀ ਸਿਸਟਮ ਸਿੱਧਾ ਕਰਨ। ਬੱਕਰੀਆਂ ਦੇ ਵਿੱਚ ਬਹੁਤ ਫਾਇਦਾ ਅਲਹਮਦੁਲਿਲਾ। ਮੇਰੇ ਕੋਲ 2 ਬੱਕਰੀਆਂ ਸੀ, 2 ਤੋਂ ਹੁਣ ਮੇਰੇ ਕੋਲ 9 ਹੋ ਗਈਆਂ। ਮਾਸ਼ਾਅੱਲਾ ਜੀ। ਹਾਂਜੀ, ਤਕਰੀਬ- ਮੈਂ ਜਦੋਂ ਦਿਲ ਕਰੇ ਮੈਂ ਵੇਚ ਕੇ ਆਪਣੀ ਰੋਜ਼ੀ ਵਾਹ ਰੋਟੀ ਵੀ ਜੀ। ਕਰ ਲੈਣਾ। ਇਹੋ ਬੱਕਰੀਆਂ ਹੀ ਨੇ ਮੇਰੇ ਕੋਲ। ਅੱਛਾ ਬਾਬਾ ਜੀ, ਇਹਨਾਂ ਨੂੰ ਖੁਰਾਕ ਕੀ ਇਹਨਾਂ ਦੀ? ਖੁਰਾਕ ਇਹਨਾਂ ਨੂੰ ਸ਼ਰੀਂ ਪਾ ਦੇਈਦਾ, ਪੱਠੇ ਪਾ ਦੇਈਦੇ ਆ, ਲੂਸਣ ਪਾ ਦੇਈਦਾ, ਅੱਛਾ। ਦਾਣੇ ਤੂੜੀ ਪਾ ਦੇਈਦੀ, ਸਭ ਕੁਝ ਜੋ ਲੱਭੇ। ਅੱਛਾ ਅੱਲਾ ਮਾਫ ਕਰੇ, ਇਹਨਾਂ ਨੂੰ ਬਿਮਾਰੀ ਕਿਹੜੀ ਲੱਗਦੀ ਹੈ ਇਸ ਆਪਣੇ ਇਲਾਕੇ 'ਚ? ਇਹਨਾਂ ਨੂੰ ਅੱਜ ਕੱਲ ਠੰਡ ਲੱਗਦੀ ਹੈ, ਨਜ਼ਲਾ ਖਾਂਸੀ ਹੋ ਜਾਂਦੀ, ਬੁਖਾਰ ਹੋ ਜਾਂਦਾ। ਉਹਦੇ ਵਾਸਤੇ ਹਾਂ। ਵੈਕਸੀਨ ਜਿਹੜੀ ਜ਼ਰੂਰੀ ਆ, ਡਾਕਟਰ ਨੂੰ ਫੌਰੀ ਰਜੂ ਕਰੋ ਅੱਛਾ। ਅਗਰ ਕੋਈ ਬੱਕਰੀ ਬਿਮਾਰ ਹੋਵੇ ਤੇ। ਹਾਂ ਸਹੀ ਗੱਲ ਹੈ। ਅਹਤਿਆਤੀ ਤਦਾਬੀਰ ਕੀ ਕਰਨੀ ਚਾਹੀਦੀ ਹੈ? ਇਹਤਿਆਤੀ ਤਾਂ ਅੱਜ ਕੱਲ ਇਹਨਾਂ ਨੂੰ ਸੁੱਕਾ ਪਾਉਣਾ ਚਾਹੀਦਾ, ਹਰਾ ਨਹੀਂ ਪਾਉਣਾ ਚਾਹੀਦਾ। ਅੱਛਾ। ਸਰਦੀਆਂ ਦੇ ਵਿੱਚ ਜਿੰਨਾ ਸੁੱਕਾ ਪਾਓਗੇ ਉਨਾ ਹੀ ਫਾਇਦਾ। ਤੁਸੀਂ ਤੇ ਇੱਥੇ ਬਾਹਰ ਲਿਆਏ ਹੋ ਹੁਣ? ਬਾਹਰ ਲਿਆਏ ਮੈਂ ਚਾਰਨ ਵਾਸਤੇ, ਤੇ ਸੁੱਕਾ ਖਾ ਲੈਣਗੀਆਂ, ਕੋਈ ਨਰਮੇ ਦੇ ਪੱਤੇ ਪੁੱਤੇ ਬਾਲਣ ਬੂਲਣ, ਮਾਸ਼ਾਅੱਲਾ ਜੀ। ਕਿਕਰਾਂ ਕੁਕਰਾਂ ਦੇ ਠੀਕ ਰਹਿੰਦੀਆਂ ਮਾਸ਼ਾਅੱਲਾ ਜੀ। ਵਾਹ ਜੀ ਵਾਹ। ਕਿੰਨੀ ਦੇਰ ਤੋਂ ਬੱਕਰੀਆਂ ਰੱਖੀਆਂ ਜੇ? ਇਹ ਬੱਕਰੀਆਂ 3-4 ਸਾਲ ਹੋ ਗਏ। ਤੇ ਜਿਹੜੇ ਵੇਖਣ ਤੇ ਸੁਣਨ ਵਾਲੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਮੈਂ ਇਹ ਪੈਗਾਮ ਦਿਆਂਗਾ ਜੀ, ਇਹ ਬੱਕਰੀਆਂ ਜਿਹੜੀਆਂ ਨੇ ਨਬੀ ਕਰੀਮ ਸੱਲੱਲਾਹੁ ਦੀ ਸੁਨਨਤ ਸੱਲੱਲਾਹੁ ਆ, ਅਲੈਹਿ ਵ ਇਹਨਾਂ ਦੇ ਵਿੱਚ ਵਸੱਲਮ। ਬਰਕਤ ਆ। ਬੇਸ਼ੱਕ ਆਪਣਾ ਜੀ। ਮਾਲ ਚਾਰੋ, ਬੱਕਰੀਆਂ ਚਾਰੋ, ਉਹਦੇ ਵਿੱਚ ਬਰਕਤ ਆ, ਸੁਨਨਤ ਆ। ਤੁਹਾਡਾ ਜਿਹੜਾ ਰਿਜ਼ਕ ਦਾ ਵੀ ਇਜ਼ਾਫਾ ਆ। ਸਾਰੇ ਮਾਸ਼ਾਅੱਲਾ ਨਬੀਆਂ ਨੇ ਜੀ। ਬੱਕਰੀਆਂ ਚਾਰੀਆਂ ਨੇ, ਹਰ ਨਬੀ ਨੇ ਮਾਸ਼ਾਅੱਲਾ ਬੱਕਰੀਆਂ ਚਾਰੀਆਂ। ਇਹਨਾਂ ਦੇ ਵਿੱਚ ਬੜੀ ਪ੍ਰਾਫਿਟ ਆ। ਤੁਹਾਨੂੰ ਅੱਛਾ, ਕੋਈ ਪਰੇਸ਼ਾਨੀ ਨਹੀਂ ਆਉਂਦੀ ਕਿਸੇ ਕਿਸਮ ਦੀ। ਦੁੱਧ ਪੀਓ, ਮਾਲ ਮਾਸ਼ਾਅੱਲਾ ਵੇਚੋ, ਜੀ। ਆਪਣੀ ਰੋਜ਼ੀ ਰੋਟੀ ਕਮਾਓ। ਅੱਛਾ, ਇਹਨਾਂ ਦੇ ਦੁੱਧ 'ਚ ਵੀ ਸ਼ਿਫਾ ਜੇ? ਇਹਨਾਂ ਦੇ ਦੁੱਧ ਵਿੱਚ ਵੀ ਸ਼ਿਫਾ ਜੀ। ਮਾਸ਼ਾਅੱਲਾ ਜੀ। ਕਈ ਬਿਮਾਰੀਆਂ ਦਾ ਇਲਾਜ ਹੈ ਜੀ ਇਹਨਾਂ ਦਾ ਦੁੱਧ ਜਿਹੜਾ। ਅੱਛਾ ਪੀਓ। ਮਾਸ਼ਾਅੱਲਾ ਜੀ। ਹਾਂਜੀ। ਹੋਰ ਇਸ ਤੋਂ ਲੋਕਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਬਸ ਮੈਂ ਇਹ ਪੈਗਾਮ ਦੇਣਾ, ਵਿਹਲੇ ਨਾ ਰਹੋ, ਕੰਮ ਕਰੋ ਜਿਹੜਾ ਵੀ ਕਰਨਾ ਹੈ। ਬੱਕਰੀਆਂ ਚਾਰੋ, ਮੱਝਾਂ ਚਾਰੋ, ਜਿਹੜਾ ਵੀ ਹੈ। ਲਿਖ ਪੜ ਕੇ ਵੀ ਬੱਕਰੀਆਂ ਚਾਰ ਸਕਦੇ ਜੋ, ਲਿਖ ਪੜ ਕੇ ਵਿਹਲੇ ਰਹਿੰਦੇ ਜੋ, ਬੱਕਰੀਆਂ ਚਾਰ ਸਕਦੇ ਜੋ। ਅਗਰ ਤੁਹਾਨੂੰ ਕੋਈ ਨਹੀਂ ਕੰਮ ਲੱਭਦਾ, ਬੱਕਰੀ ਆਪਣੀ ਨਹੀਂ ਲੈ ਸਕਦੇ, ਹਜ਼ਾਰੇ ਤੇ ਲੈ ਕੇ ਕਿਸੇ ਦੋਸਤ ਨੂੰ ਆਖੋ ਮੈਨੂੰ ਯਾਰ 2 ਬੱਕਰੀਆਂ ਲਿਆ ਦੇ, 2 ਤੋਂ 6 ਮਹੀਨੇ ਬਾਅਦ 4 ਹੋ ਜਾਣਗੀਆਂ, 2 ਤੇ ਤੁਹਾਨੂੰ ਆ ਹੀ ਜਾਣਗੀਆਂ ਨਾ। ਅੱਛਾ, ਤੁਸੀਂ ਆਪਣੇ ਕੰਮ ਨੂੰ ਤਰਜੀਹ ਦਿੰਦੇ ਹੋ ਜਾਂ ਨੌਕਰੀ, ਯਾਨੀ ਕਿਸੇ ਦੇ ਮਤਹਿਤ ਜਿਹੜਾ ਕੰਮ ਕਰਨਾ? ਨਹੀਂ ਜੀ, ਆਪਣੇ ਕੰਮ ਨੂੰ। ਮੈਂ ਤਾਂ ਸਰਕਾਰੀ ਨੌਕਰੀ ਨੂੰ ਵੀ ਤਰਜੀਹ ਨਹੀਂ ਦਿੰਦਾ। ਤੁਸੀਂ ਕੋਈ ਕੀਤੀ ਅੱਜ ਤੱਕ ਨੌਕਰੀ ਜਾਂ ਨਹੀਂ ਜੀ, ਮੈਂ ਕੋਈ ਨੌਕਰੀ ਨਹੀਂ ਕੀਤੀ ਬਿਲਕੁਲ। ਅੱਛਾ, ਨਾ ਆਪਣੇ ਦਿਹਾੜੀ ਕੰਮ ਨੂੰ ਕੀਤੀ, ਤਰਜੀਹ ਦਿੰਦੇ ਹੋ? ਆਪਣੇ ਕੰਮ ਨੂੰ। ਆਪਣਾ ਹੀ ਕੰਮ ਕੀਤਾ? ਆਪਣਾ ਕੰਮ ਠੀਕ ਹੈ ਜੀ। ਬੱਕਰੀਆਂ ਭਾਵੇਂ ਹੁਣ ਬੰਨ ਕੇ ਫੈਸਲਾਬਾਦ ਚੜ ਜਾਵਾਂ, ਸਹੀ ਗੱਲ ਹੈ। ਭਾਵੇਂ ਲਾਹੌਰ ਚੜ ਜਾਵਾਂ, ਕਿਸੇ ਜੇ ਮੈਂ ਕਿਸੇ ਦੀ ਨੌਕਰੀ ਕਰਾਂਗਾ ਤਾਂ ਉਹਨੇ ਕਹਿਣਾ ਸ਼ਾਮ ਨੂੰ ਜਾਈ ਯਾਰ, ਤੇਰੇ ਫੌਤਗੀ ਹੋਈ ਆ, ਅੱਜ ਪੈਸੇ ਹੈ ਨਹੀਂ ਗੇ, ਪਰਸੋਂ ਤੈਨੂੰ ਪੈਸੇ ਮਿਲਣਗੇ। ਅੱਛਾ ਭਾਈ ਸਾਹਿਬ, ਮਾਸ਼ਾਅੱਲਾ। ਅੱਛਾ ਭਾਈ ਸਾਹਿਬ, ਆਪਣੀਆਂ ਬੱਕਰੀਆਂ ਵਿਖਾਓ ਹਾਂ ਸਾਨੂੰ। ਆ ਬੱਕਰੀਆਂ ਪਛਾਹ ਫਿਰਣੀ ਆ। ਇਹ ਕਿਹੜੀ ਬੱਕਰੀ ਹੈ, ਕਿਹੜੀ ਨਸਲ ਦੀ ਹੈ? ਬਾਜੀ ਦੇਸੀ ਨਸਲ ਦੀ ਬੱਕਰੀ ਆ। ਕੋਈ ਐ ਨੂੰ ਚਲੀਆਂ ਗਈਆਂ, ਕੋਈ ਇੱਧਰ ਨੂੰ ਚਲੀਆਂ ਗਈਆਂ। ਆ ਜੀ, ਇਹਨਾਂ ਦੀਆਂ ਇੱਥੇ ਬੱਕਰੀਆਂ ਫਿਰ ਰਹੀਆਂ ਨੇ, ਸਾਰੀਆਂ ਹੀ ਚੱਲ ਰਹੀਆਂ, ਦੂਰ ਨਿਕਲ ਗਈਆਂ ਅਗਲੇ ਪਾਸੇ ਨੇ ਜੀ। ਇੱਧਰ ਇੱਕ ਹੋਰ ਭਾਈ ਖੜੇ ਨੇ, ਉਹਨਾਂ ਕੋਲ ਨਾਲ ਵੀ ਗੱਲ ਕਰਦੇ ਆ। अस्सलाम वालेकुम भाजी। ਵਾਲੇਕਮ ਸਲਾਮ। ਹਾਂਜੀ, ਤੁਸੀਂ ਕੋਈ ਬੱਕਰੀਆਂ ਦੇ ਬਾਰੇ ਕਹਿਣਾ ਚਾਹੁੰਦੇ ਸੋ? ਬੱਕਰੀਆਂ ਦੇ ਬਾਰੇ ਇਹੋ ਹੀ ਹੈ ਜੀ, ਇਹ ਬਿਹਤਰੀਨ ਬੰਦੇ ਦੀ ਰੋਜ਼ੀ ਰੋਟੀ ਹੈ। ਮਾਸ਼ਾਅੱਲਾ ਜੀ। ਇਹ ਨਗਦ ਬੈਂਕ ਹੈ। ਤੁਸੀਂ ਬੈਂਕ ਦੇ ਵਿੱਚ ਅਗਰ ਜਾਓ ਨਾ, ਹਾਂਜੀ, ਤੇ ਉਹ ਤੁਹਾਡੇ ਕੋਲ ਕਾਗਜ਼ ਪੱਤਰ ਲੈਣਗੇ, ਸ਼ਨਾਖਤੀ ਕਾਰਡ ਲੈਣਗੇ, ਸਭ ਕੁਝ ਲੈਣਗੇ। ਉਹ ਤੁਹਾਡੀ ਦਿਹਾੜੀ ਲੰਘ ਜਾਏਗੀ ਉਹਨੇ ਚਿਰ ਨੂੰ, ਭਾਵੇਂ ਤੁਹਾਡਾ ਕੰਮ ਜਿਹੜਾ ਹੋ ਜਾਵੇ। ਇਹ ਬੱਕਰੀ ਜਿਹੜਾ ਇੱਕ ਇਦਾਂ ਦਾ ਬੈਲੈਂਸ ਹੈ ਵੀ ਤੁਹਾਨੂੰ ਇੱਕ ਬੰਦਾ ਜ਼ਰੂਰਤ ਪੈ ਗਈ ਹੈ 10,000 ਦਿੰਦਾ ਨਾ, ਤੁਸੀਂ 9,000 ਦੀ ਵੇਚ ਕੇ ਆਪਣੀ ਜ਼ਰੂਰਤ ਪੂਰੀ ਕਰ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਬਹੁਤ ਫਾਇਦਾ ਵਾ। ਮਾਸ਼ਾਅੱਲਾ। ਫਿਰ ਇਹਦਾ ਦੁੱਧ ਜਿਹੜਾ ਸ਼ਫਾ ਵਾਲਾ ਵਾ, ਕਈਆਂ ਬਿਮਾਰੀਆਂ ਦਾ ਇਲਾਜ ਹੈ। ਮਹਾਤਮਾ ਗਾਂਧੀ ਇੱਕ ਸਕਾਲਰ ਹੋਇਆ ਹਿੰਦੁਸਤਾਨ ਦਾ, ਤੁਸੀਂ ਉਹਨੂੰ ਜਾਣਦੇ ਹੋਵੋਗੇ। ਉਹ ਕਹਿੰਦਾ ਸੀ ਕਿ ਮੈਂ ਬੱਕਰੀ ਦਾ ਦੁੱਧ ਇਸਤੇਮਾਲ ਕਰਾਂ ਤੇ ਦੁਨੀਆ ਦਾ ਕੋਈ ਵੀ ਮੇਰੇ ਕੋਲ ਸਵਾਲ ਕਰੇ ਤੇ ਮੈਂ ਜਵਾਬ ਦੇਣ ਨੂੰ ਤਿਆਰ ਹਾਂ। ਯਾਨੀ ਕਿ ਜ਼ਿਹਨ ਵੀ ਤੇਜ਼ ਕਰਦਾ, ਜ਼ਿਹਨ ਤੇਜ਼ ਕਰਦਾ ਵਾ। ਮਾਸ਼ਾਅੱਲਾ ਜੀ। ਹਲਕੀ ਖੁਰਾਕ ਆ। ਫਿਰ ਦੂਸਰੀ ਗੱਲ ਇਹ ਆ, ਨੌਜ਼ੀਦਾ ਬੱਚੇ ਜਿਹੜੇ ਮਤਲਬ ਜਿਨ੍ਹਾਂ ਦਾ ਮਾਵਾਂ ਦੁੱਧ ਨਹੀਂ ਪੀ ਹੁੰਦਾ, ਤੇ ਉਹ ਔਰਤਾਂ ਜਿਹੜੀਆਂ ਜ਼ਿਆਦਾਤਰ ਬੱਚਿਆਂ ਨੂੰ ਬੱਕਰੀਆਂ ਦੇ ਦੁੱਧ ਤੇ ਉਹਨਾਂ ਦੀ ਨਸ਼ੋ ਨੁਮਾ ਹੁੰਦੀ ਹੈ। ਇਹਦੇ ਵਿੱਚ ਅੱਲਾ ਦੀ ਜ਼ਾਤ ਦੀ ਹਿਕਮਤ ਆ ਕੋਈ। ਅੱਲਾ ਦੀ ਜ਼ਾਤ ਨੇ ਬਿਲਕੁਲ ਇਹ ਸ਼ਫਾ ਵਾਸਤੇ ਪੈਦਾ ਕੀਤੀ ਹੈ। ਲੋਕਾਂ ਵਾਸਤੇ ਕੀ ਪੈਗਾਮ ਹੈ ਹੁਣ ਤੁਹਾਡਾ? ਲੋਕਾਂ ਵਾਸਤੇ ਪੈਗਾਮ ਹੈ ਕਿ ਇਧਰ ਤਰਜੀਹ ਦਿਓ, ਬੱਕਰੀਆਂ ਨੂੰ ਹੀ, ਬੱਕਰੀਆਂ ਨੂੰ ਤਰਜੀਹ ਦਿਓ, ਰੋਜ਼ੀ ਕਮਾਓ, ਆਪਣੇ ਮੋਬਾਈਲਾਂ ਦੇ ਖਹਿੜੇ ਛੱਡੋ। ਉਰਲ ਪਰਲ ਜਿਹੜਾ ਅਵਾਰਾ ਫਿਰਨਾ, ਉਰਲ ਪਰਲ ਆਪਣਾ ਬੰਦਾ ਆਰੇ ਲੱਗਾ ਰਹਿੰਦਾ। ਇੱਕ ਤੇ ਟੈਨਸ਼ਨ ਦੀ ਮਾੜੀ ਟੈਨਸ਼ਨ ਹੋਈ ਹੈ, ਬੱਕਰੀਆਂ ਛੱਡ ਲਓ। ਸਹੀ ਗੱਲ। ਮਾੜਾ ਜੇ ਕੋਈ ਪਰੇਸ਼ਾਨੀ ਹੋਈ ਹੈ ਤੇ ਆਪਣਾ ਜਾ ਕੇ ਕਿਤੇ ਪੱਠੇ ਲਿਆਓ। ਜੇ ਮੁਰੱਬੇ ਵਾਲਾ ਬੰਦਾ ਜਿਹਦੀ ਜ਼ਮੀਨ ਆਪਣੀ ਘਰ ਦੀ, ਉਹਨੂੰ ਤਾਂ ਕੋਈ ਟੈਨਸ਼ਨ ਹੀ ਕੋਈ ਨਹੀਂ, ਪੱਠੇ ਬੀਜੇ ਆਰਾਮ ਨਾਲ। ਠੀਕ ਹੋ ਗਿਆ ਬਾਈ। ਫਿਰ ਦੂਸਰੀ ਗੱਲ ਇਹ ਹੈ, ਕੁਰਬਾਨੀ ਵਾਸਤੇ ਤੁਹਾਡੇ ਸਾਹਮਣੇ ਬੱਚੇ ਤੋਂ ਵੀ ਜ਼ਿਆਦਾ ਕੀਮਤ ਦਿੰਦੇ ਜੇ ਅਗਰ ਇਹਦੀ ਬਿਹਤਰ ਨਸ਼ੋਨੁਮਾ ਕੀਤੀ ਜਾਵੇ ਤੇ।
ਅੱਛਾ ਭਾਈ, ਅਗਰ ਇੱਕ ਬੰਦਾ ਪੂਰਾ ਸਾਲ ਬੱਕਰੀਆਂ ਸਾਂਭਦਾ ਤਾਂ ਸਾਲ ਦੇ ਵਿੱਚ ਜਾਂ 6 ਮਹੀਨਿਆਂ ਦਾ ਚਲੋ ਦੱਸ ਦਿਓ ਕਿੰਨਾ ਉਹਨੂੰ ਪ੍ਰੋਫਿਟ ਹੋ ਸਕਦਾ ਹੈ? ਪ੍ਰੋਫਿਟ ਉਹਦਾ ਇਹੋ ਹੀ ਹੈ ਤੇ ਮਿਹਨਤ ਨਾਲ ਹੀ ਆ ਨਾ ਜੀ। ਬੇਸ਼ੱਕ ਜੀ। ਇਹ ਮਿਹਨਤ ਜਿੰਨੀ ਮਿਹਨਤ ਕਰੋਗੇ ਮਿਹਨਤ ਦਾ ਫਲ ਤੇ ਯਾਨੀ ਖਰਾਬ ਨਹੀਂ ਘਾਟਾ ਨਹੀਂਗਾ ਇਸ ਕੰਮ 'ਚ, ਨਫਾ ਹੀ ਨਫਾ ਹੈ। ਘਾਟਾ ਨਹੀਂ ਹੈਗਾ, ਨੀਅਤ ਬੰਦੇ ਦੀ ਸਾਫ਼ ਹੋਣੀ ਚਾਹੀਦੀ ਹੈ। ਬੇਸ਼ੱਕ ਜੀ, ਸਭ ਤੋਂ ਪਹਿਲੀ ਗੱਲ ਇਹ ਜੀ। ਜਿਵੇਂ ਕਹਿੰਦੇ ਆ ਨੀਅਤ ਸਾਫ਼ ਤੇ ਮੰਜ਼ਿਲ ਆਸਾਨ। ਬੇਸ਼ੱਕ ਜੀ। ਅੱਲਾ ਦੀ ਜ਼ਾਤ ਨੂੰ ਆਪਣਾ ਯਾਦ ਕਰਦਿਆਂ ਹੋਇਆਂ ਤਵੱਕਲੇ ਖੁਦਾ, ਇਹ ਕੰਮ ਸ਼ੁਰੂ ਕਰ ਲਓ, ਅੱਲਾ ਦੀ ਜ਼ਾਤ ਬਿਹਤਰੀ ਕਰਦਾ ਜੀ। ਠੀਕ ਹੋ ਗਿਆ ਜੀ। ਪਰੇਸ਼ਾਨੀ ਕੋਈ ਨਹੀਂ। ਇਹ ਸੀ ਸਾਡੇ ਚਾਚੂ ਅਸ਼ਰਫ, ਜਿਨ੍ਹਾਂ ਨੇ ਮਾਸ਼ਾਅੱਲਾ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ ਤੁਸੀਂ ਇਹਨਾਂ ਤੇ ਅਮਲ ਵੀ ਕਰਨਾ ਹੈ। ਠੀਕ ਹੋ ਗਿਆ ਭਾਜੀ, ਬੜੀ ਮਿਹਰਬਾਨੀ ਜੀ, ਸ਼ੁਕਰੀਆ। ਗੱਲ ਜਿਹੜੀ ਆ ਅਮਲ ਨਾਲ ਆ ਬਸ। ਬਿਲਕੁਲ ਜੀ, ਬਿਲਕੁਲ ਜੀ, ਗੱਲ ਅਮਲ ਨਾਲ ਆ, ਗੱਲਾਂ ਨਾਲ ਨਹੀਂ। ਬੇਸ਼ੱਕ ਜੀ। ਇਹ ਬਾਬਾ ਜੀ ਦੀਆਂ ਬੱਕਰੀਆਂ ਚੱਲ ਰਹੀਆਂ ਜੀ। ਇਧਰ ਭਾਈ ਹੁਣੀ ਇੱਕ ਹੋਰ ਖੜੇ ਨੇ। अस्सलाम वालेकुम जी। वालेकुम सलाम जी। हाँ जी, अपना भी ਇੱਥੇ ਮਾਲ ਆ ਭਾਈ ਜਾਨ? ਕੋਈ ਮਾਲ ਨਹੀਂ ਗਾ ਜੀ ਇੱਥੇ। ਤੁਸੀਂ ਵੈਸੇ ਫੇਰੇ ਤੋਰੇ ਤੇ ਆਏ ਹੋ? ਫੇਰੇ ਤੋਰੇ ਤੇ ਆਏ ਜੀ ਬਦਾਮ। ਅੱਛਾ, ਰਾਤ ਦਾ ਐਲਾਨ ਹੋਇਆ ਵੀ ਇਹ ਸਾਰੀ ਜਗ੍ਹਾ ਖਾਲੀ ਕਰ ਦਿਓ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਸਹੀ ਹੈ ਜੀ, ਜਗ੍ਹਾ ਖਾਲੀ ਕਰਨੀ ਚਾਹੀਦੀ ਹੈ। ਜਿਹੜਾ ਸਕੂਲ ਦੀ ਚਾਰ ਦੀਵਾਰੀ ਹੋਣ ਰਹੀ ਹੈ ਸਾਡੇ ਪਿੰਡ ਵਾਸਤੇ, ਲਾਗੇ ਮਾਸ਼ਾਅੱਲਾ ਜੀ, ਵਾਸਤੇ ਬਿਹਤਰੀਨ ਇੱਕ ਸਹੀ ਗੱਲ ਹੈ। ਇੱਕ ਤੇ ਇਹ ਜਿਹੜਾ ਇੱਥੇ ਰੂੜੀਆਂ ਵਗੈਰਾ ਢੇਰ ਪਏ ਨੇ, ਹੋਣੀਆਂ ਚਾਹੀਦੀਆਂ। ਯਾਨੀ ਗੰਦਗੀ ਮੁੱਕ ਜਾਏਗੀ, ਗੰਦਗੀ ਖਤਮ ਹੋਣੀ ਚਾਹੀਦੀ, ਬਿਮਾਰੀਆਂ ਤੋਂ ਵੀ ਬਚਤ ਹੋਏਗੀ। ਤੋਂ ਮੱਛਰ ਦੂਸਰੀਆਂ ਤੇ ਆਬੋ ਹਵਾ ਦਾ ਬੜਾ ਫਰਕ ਹੈ ਇਹਦੀ ਗੰਦਗੀ। ਹੁਣ ਲੋਕਾਂ ਨੂੰ ਕੀ ਪੈਗਾਮ ਹੈ? ਲੋਕਾਂ ਨੂੰ ਇਹ ਪੈਗਾਮ ਹੈ ਵੀ ਉਹਨਾਂ ਦੀ ਮਿਹਰਬਾਨੀ ਹੈ, ਆ ਵੀ ਚੁੱਕ ਲੈਣੇ ਛੇਤੀ ਤੋਂ ਛੇਤੀ ਜਿਹੜੀਆਂ। ਛੇਤੀ ਤੋਂ ਛੇਤੀ ਇਹ ਕਿਹੜਾ ਚੱਕ ਹੈ ਆਪਣਾ? 110 ਫਤਿਹ ਜੀ। ਇਹ ਕਿੰਨੇ ਸਾਲਾਂ ਤੋਂ ਤਕਰੀਬਨ ਇਸ ਤਰ੍ਹਾਂ ਇਹ ਖਾਲੀ ਪਈ ਹੋਈ ਹੈ ਜਗ੍ਹਾ? 50 ਸਾਲ ਦੇ ਲਾਗੇ ਚਾਗੇ ਤੇ ਅਸਾਂ ਵੇਖ ਰਹੇ ਹਾਂ ਜੀ ਇੰਨਾ। ਅੱਛਾ, ਇਹ ਕਿੰਨੇ ਕਿੱਲੇ ਨੇ? ਅੱਧਾ ਮਰਬਿਆ ਹੈ। ਵਾਹ ਜੀ, ਇਹ ਟੋਟਲ ਜਗ੍ਹਾ ਸਕੂਲ ਦੀ ਹੈ। ਸਕੂਲ ਦੇ ਬੱਚਿਆਂ ਦੀ ਅੱਧੇ ਮਰਬੇ ਤੇ। ਚਲੋ ਜੀ, ਮਾਸ਼ਾਅੱਲਾ, ਚੱਕ ਨੰਬਰ 110 ਫਤਿਹ ਵਾਲਿਆਂ ਨੂੰ ਬੜੀ ਵੱਡੀ ਸਹੂਲਤ ਹੋ ਜਾਏਗੀ। ਹਾਂ ਬਿਲਕੁਲ। ਉਹਨਾਂ ਦੀਆਂ ਪਹਿਲੇ ਬੱਚੀਆਂ ਜਿਹੜੀਆਂ ਨੇ ਦੂਰ ਦਰਾਜ਼ ਦੇ ਦੂਸਰੇ ਪਿੰਡਾਂ ਦੇ ਵਿੱਚ, ਲਾਗੇ ਪਿੰਡਾਂ ਨੂੰ ਸਾਡਾ ਸਾਰਾ ਪਿੰਡ ਵੀ ਵੱਡਾ ਹੈ। ਪਿੰਡ ਵੀ ਤਕਰੀਬਨ ਕਿੰਨੇ ਘਰ ਹੈ ਜੀ ਇੱਥੇ? ਗਲਬਨ 2 ਮਰਬਿਆਂ ਦੇ ਵਿੱਚ ਹੈ। ਮਾਸ਼ਾਅੱਲਾ ਜੀ, ਤਕਰੀਬਨ 500-600 ਘਰ ਹੋਣਾ ਜੀ। ਹਾਂਜੀ, ਠੀਕ ਹੋ ਗਿਆ ਜੀ ਭਾਈ, ਬੜੀ ਮਿਹਰਬਾਨੀ ਜੀ, ਸ਼ੁਕਰੀਆ ਬਾਬਾ ਜੀ। ਠੀਕ ਆ ਜੀ, ਚਾਰੋ ਤੁਸੀਂ ਆਪਣੀਆਂ ਬੱਕਰੀਆਂ, ਅੱਲਾਹ ਪਾਕ ਤੁਹਾਨੂੰ ਮਜ਼ੀਦ ਤਰੱਕੀ ਦੇ ਤੇ ਤੁਹਾਡੇ ਮਾਲ ਨੂੰ ਆਪਣੀ ਇਜ਼्ज़ो ਮਾਨ ਦੇ ਵਿੱਚ ਰੱਖੇ। ਠੀਕ ਹੈ ਜੀ, ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜੀ। ਪਿੰਡ ਵਾਲੇ ਸਾਰੇ ਲੋਕ ਜਗ੍ਹਾ ਖਾਲੀ ਕਰਨ ਤੇ ਰਾਜ਼ੀ ਨੇ ਤੇ ਔਰ ਬੜਾ ਖੁਸ਼ ਨੇ। ਬਾਬਾ ਜੀ ਨੇ ਨਾਲ ਨਾਲ ਬੱਕਰੀਆਂ ਦੇ ਬਾਰੇ ਵੀ ਸਾਨੂੰ ਦੱਸਿਆ। ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾਹ ਹਾਫਿਜ਼।